ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਇੱਕ ਵਾਰ ਇੱਕ ਸੱਜਣ ਪੁਰਸ਼ ਸੀ, ਗੁਰੂ ਦਾ ਪਿਆਰਾ ਸੀ, ਗੁਰਮੁਖ ਸੀ। ਉਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਬਹੁਤ ਵੱਡਾ ਸਮਾਗਮ ਕਰਵਾਉਂਦਾ ਸੀ। ਉਹਨਾਂ ਦਾ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਉਂਦਾ ਸੀ। ਬਹੁਤ ਦੂਰੋਂ ਨੇੜਿਓਂ ਸੰਗਤਾਂ ਉੱਥੇ ਆਉਂਦੀਆਂ ਸਨ, ਆਨੰਦ ਮਾਣਦੀਆਂ ਸਨ। ਇਸ ਗੁਰਪੁਰਬ ਦੇ ਵਿੱਚ ਬਹੁਤ ਸਾਰੇ ਕੀਰਤਨੀਏ, ਢਾਡੀ ਜਥੇ ਅਤੇ ਪ੍ਰਚਾਰਕ ਸਿੰਘ ਉੱਥੇ ਪਹੁੰਚਦੇ ਸਨ ਅਤੇ ਆਪਣੀਆਂ ਆਪਣੀਆਂ ਕਲਾ ਦਾ ਉੱਥੇ ਪ੍ਰਚਾਰ ਕਰਦੇ ਸਨ, ਕਲਾ ਦਾ ਹੁਨਰ ਦਿਖਾਉਂਦੇ ਸਨ। ਇੱਕ ਵਾਰ ਇੱਕ ਮਹਾਂਪੁਰਸ਼ ਗੁਰਪੁਰਬ ਤੋਂ ਬਾਅਦ ਵੀ ਉਸਨੇ ਫੈਸਲਾ ਕੀਤਾ ਕਿ ਉਹ 2-4 ਦਿਨ ਉਸ ਗੁਰਮੁਖ ਸਿੰਘ ਦੇ ਨਾਲ ਉਸਦੇ ਘਰ ਰਹੇਗਾ। ਜਦੋਂ ਉਸਦੇ ਘਰ ਠਹਿਰਿਆ ਤਾਂ ਉਸਨੇ ਦੇਖਿਆ ਕਿ ਉਸ ਭਾਈ ਸਾਹਿਬ ਦਾ, ਉਸ ਗੁਰਮੁਖ ਸੱਜਣ ਦਾ ਘਰ ਬਹੁਤ ਆਲੀਸ਼ਾਨ ਤੇ ਬਹੁਤ ਪਿਆਰਾ ਘਰ ਸੀ। ਦੋ ਉਸਨੇ ਬਹੁਤ ਆਲੀਸ਼ਾਨ ਕਾਰਾਂ ਰੱਖੀਆਂ ਹੋਈਆਂ ਸਨ। ਉਸ ਮਹਾਂਪੁਰਸ਼ ਪ੍ਰਚਾਰਕ ਦੇ ਮਨ ਵਿੱਚ ਸਵਾਲ ਆਇਆ। ਉਸਨੇ ਪੁੱਛਿਆ ਕਿ ਭਾਈ ਸਾਹਿਬ, ਕੀ ਤੁਹਾਡੇ ਬੱਚੇ ਕਿਸੇ ਬਾਹਰਲੇ ਮੁਲਕ ਦੇ ਵਿੱਚ ਸੈਟਲ ਨੇ? ਤਾਂ ਭਾਈ ਸਾਹਿਬ ਨੇ ਅੱਗੋਂ ਉੱਤਰ ਦਿੱਤਾ ਕਿ ਨਹੀਂ ਜੀ, ਮੇਰੇ ਬੱਚੇ ਇੱਥੇ ਮੇਰੇ ਨਾਲ ਹੀ ਰਹਿੰਦੇ ਹਨ। ਤਾਂ ਮਹਾਂਪੁਰਸ਼ ਨੇ ਅੱਗੋਂ ਸਵਾਲ ਕੀਤਾ, ਜਾਂ ਫਿਰ ਤੁਹਾਡਾ ਕੋਈ ਇੱਥੇ ਬਹੁਤ ਵੱਡਾ ਕਾਰੋਬਾਰ ਹੋਵੇਗਾ, ਕੋਈ ਬਿਜ਼ਨਸ ਹੋਵੇਗਾ? ਤਾਂ ਭਾਈ ਸਾਹਿਬ ਨੇ ਕਿਹਾ ਕਿ ਨਹੀਂ ਜੀ, ਮੇਰਾ ਕੋਈ ਬਿਜ਼ਨਸ ਨਹੀਂ। ਤਾਂ ਫਿਰ ਮਹਾਂਪੁਰਸ਼ ਦੇ ਮਨ ਵਿੱਚ ਸਵਾਲ ਆਇਆ। ਉਹਨਾਂ ਪੁੱਛਿਆ ਕਿ ਤੁਹਾਡੇ ਕੋਲ ਜ਼ਮੀਨ ਕਿੰਨੀ ਹੈ? ਤਾਂ ਭਾਈ ਸਾਹਿਬ ਨੇ ਕਿਹਾ, ਮੇਰੇ ਕੋਲ ਸਿਰਫ 5 ਕਿੱਲੇ ਜ਼ਮੀਨ ਹੈ। ਮਹਾਂਪੁਰਸ਼ ਨੇ ਅੱਗੋਂ ਕਿਹਾ ਕਿ ਜੇਕਰ ਤੁਹਾਡੇ ਕੋਲ ਸਿਰਫ 5 ਕਿੱਲੇ ਜ਼ਮੀਨ ਹੈ ਤਾਂ ਐਡਾ ਆਲੀਸ਼ਾਨ ਘਰ, ਇੰਨੀਆਂ ਆਲੀਸ਼ਾਨ ਕਾਰਾਂ ਤੁਸੀਂ ਕਿਵੇਂ ਰੱਖੀਆਂ ਹੋਈਆਂ ਨੇ? 5 ਕਿੱਲੇ ਵਾਲਾ ਤਾਂ ਇਹ ਸਭ ਨਹੀਂ ਰੱਖ ਸਕਦਾ। ਤਾਂ ਅੱਗੋਂ ਭਾਈ ਸਾਹਿਬ ਨੇ, ਉਸ ਸੱਜਣ ਗੁਰਮੁਖ ਨੇ ਬੜੀ ਹੀ ਹਲੀਮੀ ਨਾਲ, ਬੜੇ ਹੀ ਠਰਮੇ ਨਾਲ ਉੱਤਰ ਦਿੱਤਾ ਕਿ ਤੁਸੀਂ ਬਿਲਕੁਲ ਸਹੀ ਫਰਮਾਇਆ, ਇਹ ਸਭ ਕੁਛ ਮੇਰਾ ਆਪਣਾ ਨਹੀਂ ਹੈ। 5 ਕਿੱਲੇ ਵਾਲਾ ਇਹ ਸਭ ਕੁਛ ਰੱਖ ਹੀ ਨਹੀਂ ਸਕਦਾ। ਇਹ ਸਭ ਕੁਛ ਮੈਨੂੰ ਗੁਰੂ ਰਾਮਦਾਸ ਜੀ ਮਹਾਰਾਜ ਦਾ ਦਿੱਤਾ ਹੋਇਆ ਹੈ। ਅਤੇ ਉਸ ਤੋਂ ਬਾਅਦ ਜੋ ਉਸਨੇ ਕਹਾਣੀ ਦੱਸੀ ਉਸ ਗੁਰਮੁਖ ਸਿੰਘ ਨੇ, ਉਹ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ। ਉਹ ਗੁਰਮੁਖ ਸਿੰਘ ਕਹਿੰਦਾ ਕਿ ਬਹੁਤ ਪਹਿਲਾਂ ਦੀ ਗੱਲ ਹੈ, ਬਹੁਤ ਸਮਾਂ ਪੁਰਾਣੀ ਗੱਲ ਹੈ ਕਿ ਮੈਂ ਆਪਣੇ ਪੁੱਤਰ ਨੂੰ ਵਿਦੇਸ਼ ਵਿੱਚ ਭੇਜਣ ਲਈ ਉਪਰਾਲੇ ਕਰ ਰਿਹਾ ਸੀ, ਹੀਲੇ ਵਸੀਲੇ ਕਰ ਰਿਹਾ ਸੀ। ਆਖਰ ਇੱਕ ਏਜੰਟ ਮਿਲਿਆ, ਉਸਨੇ ਮੈਥੋਂ 15 ਲੱਖ ਰੁਪਇਆ ਲੈ ਕੇ ਉਸਨੂੰ ਕਿਸੇ ਬਾਹਰਲੇ ਮੁਲਕ ਭੇਜਣ ਦਾ ਮੇਰੇ ਨਾਲ ਵਾਅਦਾ ਕੀਤਾ। ਪਰ ਉਹ ਏਜੰਟ ਧੋਖੇਬਾਜ਼ ਨਿਕਲਿਆ, 2 ਨੰਬਰੀ ਫਰੋਡ ਏਜੰਟ ਨਿਕਲਿਆ। ਉਸਨੇ 15 ਲੱਖ ਵੀ ਲੈ ਲਿਆ ਤੇ ਮੇਰੇ ਪੁੱਤਰ ਨੂੰ ਕਿਸੇ ਮਾੜੇ ਦੇਸ਼ ਦੇ ਵਿੱਚ ਭੇਜ ਦਿੱਤਾ। ਉੱਥੋਂ ਵਾਪਸ ਆਉਣ ਦਾ ਕੋਈ ਹੀਲਾ ਨਹੀਂ ਸੀ ਹੋ ਰਿਹਾ। ਮੈਂ ਔਖਿਆਂ ਸੌਖਿਆਂ 100 ਤਰ੍ਹਾਂ ਦੇ ਜੁਗਾੜ ਕਰਕੇ 5 ਲੱਖ ਰੁਪਈਆ ਹੋਰ ਦਿੱਤਾ ਤੇ ਆਪਣੇ ਪੁੱਤਰ ਨੂੰ ਵਾਪਸ ਉਸ ਦੇਸ਼ ਤੋਂ ਆਪਦੇ ਘਰ ਬੁਲਾਇਆ। ਇਸ ਤਰੀਕੇ ਨਾਲ ਮੈਂ ਪੂਰੇ 20 ਲੱਖ ਦਾ ਕਰਜ਼ਾਈ ਹੋ ਗਿਆ। ਉਸ ਸਮੇਂ ਮੇਰੀ ਜਿਹੜੀ ਧੀ ਸੀ ਉਹ ਉਸ ਪੁੱਤਰ ਤੋਂ ਵੱਡੀ ਸੀ ਅਤੇ ਉਹ ਵਿਆਹੁਣ ਲਾਇਕ ਸੀ। 20 ਲੱਖ ਦਾ ਕਰਜ਼ਾਈ ਅਤੇ ਧੀ ਦੇ ਵਿਆਹ ਦੇ ਡਰ ਨੇ ਮੇਰੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ। ਮੈਂ ਦਿਨ ਰਾਤ ਚਿੰਤਾ ਦੇ ਵਿੱਚ ਡੁੱਬਾ ਰਹਿਣ ਲੱਗਾ। ਟੈਨਸ਼ਨ ਮੈਨੂੰ ਹਰ ਵੇਲੇ ਘੇਰਾ ਪਾਈ ਰੱਖਦੀ ਸੀ। ਮੈਨੂੰ ਸਮਝ ਨਹੀਂ ਸੀ ਆਉਂਦੀ ਮੈਂ ਕੀ ਕਰਾਂ। ਮੈਂ ਹਰ ਵੇਲੇ ਮੂਰਖਾਂ ਵਾਂਗੂ ਤੁਰਿਆ ਫਿਰਦਾ ਸੀ, ਪਾਗਲਾਂ ਵਾਂਗੂ ਕੰਧਾਂ 'ਚ ਵੱਜਦਾ ਫਿਰਦਾ ਸੀ। ਇਹ ਚਿੰਤਾ ਦਾ ਮੈਨੂੰ ਕੋਈ ਹੱਲ ਨਹੀਂ ਸੀ ਦਿਸ ਰਿਹਾ। ਮੈਨੂੰ ਇੱਕੋ ਹੀ ਨਿਵਾਰਨ ਦਿਸਿਆ ਕਿ ਮੈਂ 2 ਜ਼ਹਿਰੀਲੀਆਂ ਗੋਲੀਆਂ ਕੋਈ ਖਾ ਲੈਣਾ ਤੇ ਇਸ ਜਹਾਨ ਨੂੰ ਅਲਵਿਦਾ ਕਹਿ ਦਿੰਦਾ। ਇੱਥੇ ਬਹੁਤ ਸਾਰੇ ਲੋਕਾਂ ਦੀ ਖਬਰ ਉਹ ਪੜ੍ਹਦਾ। ਉਹ ਕਹਿੰਦਾ ਕਿ ਮੈਂ ਇਹੀ ਸੋਚਿਆ ਸੀ, ਜਿੱਥੇ ਇੰਨੇ ਲੋਕ ਚੱਲ ਵਾਸਤੇ ਨੇ, ਉਹਨਾਂ ਬਿਨਾਂ ਕਿਹੜਾ ਇਹ ਦੁਨੀਆ ਰੁਕ ਜਾਂਦੀ ਹੈ। ਉਹ ਕਹਿੰਦਾ ਮੈਂ ਪੱਕਾ ਫੈਸਲਾ ਕਰ ਰਿਹਾ ਕਿ ਹੁਣ ਮੈਂ 2 ਗੋਲੀਆਂ ਖਾ ਕੇ ਆਪਣੇ ਜਿਹੜੇ ਪ੍ਰਾਣ ਤਿਆਗ ਦੇਵਾਂਗਾ। ਮੈਂ 2 ਗੋਲੀਆਂ ਖਰੀਦ ਕੇ ਰੱਖ ਵੀ ਲਈਆਂ, ਪਰ ਪਤਾ ਨਹੀਂ ਕਿੱਥੋਂ ਮੇਰੇ ਮਨ ਦੇ ਵਿੱਚ ਇੱਕ ਗੱਲ ਆਈ ਕਿ ਇਸ ਜਹਾਨ ਤੋਂ ਜਾਣ ਤੋਂ ਪਹਿਲਾਂ ਮੈਨੂੰ ਗੁਰੂ ਰਾਮਦਾਸ ਦੇ ਦਰਬਾਰ ਤੇ ਜਾ ਕੇ ਮੱਥਾ ਟੇਕ ਆਉਣਾ ਚਾਹੀਦਾ ਹੈ। ਉੱਥੇ ਜਾ ਕੇ ਮੈਨੂੰ ਕੋਈ ਅਰਦਾਸ ਕਰਾਉਣੀ ਚਾਹੀਦੀ ਹੈ ਤਾਂ ਕਿ ਮੇਰੇ ਬੱਚੇ ਮੇਰੇ ਜਾਣ ਤੋਂ ਬਾਅਦ ਠੀਕ ਠਾਕ ਰਹਿਣ। ਉਹ ਕਹਿੰਦਾ ਅਗਲੇ ਦਿਨ ਸਵੇਰੇ ਹੀ ਮੈਂ ਪਿੰਡੋਂ ਬੱਸ ਫੜੀ, ਮੈਂ ਸਿੱਧਾ ਦਰਬਾਰ ਸਾਹਿਬ ਗਿਆ। ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ, ਦੇਗ ਕਰਵਾਈ, ਪ੍ਰਸ਼ਾਦਾ ਛਕਿਆ। ਫਿਰ ਉੱਥੇ ਲੰਗਰ ਦੇ ਵਿੱਚ ਸੇਵਾ ਕੀਤੀ। ਲੰਗਰ ਦੇ ਵਿੱਚ ਸੇਵਾ ਕਰਨ ਤੋਂ ਬਾਅਦ ਸ਼ਾਮ ਨੂੰ ਮੈਂ ਫਿਰ ਦੁਬਾਰਾ ਜਦੋਂ ਪਿੰਡ ਨੂੰ ਜਾਣਾ ਸੀ ਤਾਂ ਮੈਂ ਇੱਕ ਵਾਰ ਗੁਰੂ ਸਾਹਿਬ ਦੇ ਅੱਗੇ ਜਾ ਕੇ ਨਤਮਸਤਕ ਹੋਇਆ, ਅੱਖਾਂ ਭਰ ਲਈਆਂ। ਅੱਖਾਂ ਭਰ ਕੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਕਿ ਮੈਂ ਇਹ ਫੈਸਲਾ ਲਿਆ, ਮੈਨੂੰ ਨਹੀਂ ਪਤਾ ਇਹ ਚੰਗਾ ਕਿ ਬੁਰਾ ਹੈ, ਪਰ ਤੁਹਾਡੇ ਅੱਗੇ ਅਰਦਾਸ ਬੇਨਤੀ ਕਰਨਾ ਹੈ, ਸੱਚੇ ਪਾਤਸ਼ਾਹ ਮੇਰੇ ਜਾਣ ਬਾਅਦ ਮੇਰੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਿਓ, ਉਹਨਾਂ ਨੂੰ ਤੱਤੀ ਵਾਹ ਨਾ ਲੱਗਣ ਦਿਆ ਜੇ। ਜੋ ਵੀ ਮੈਂ ਫੈਸਲਾ ਕੀਤਾ ਮੈਨੂੰ ਨਹੀਂ ਪਤਾ ਚੰਗਾ ਹੈ ਕਿ ਮਾੜਾ ਹੈ, ਪਰ ਜੋ ਮੇਰੇ ਲਈ ਠੀਕ ਹੋਵੇਗਾ ਉਹ ਮੈਥੋਂ ਕਰਵਾਇਓ। ਅੱਖਾਂ ਭਰ ਕੇ ਦਿਲ ਦੇ ਵਿੱਚ ਬਹੁਤ ਸਾਰਾ ਗਮ ਲੈ ਕੇ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋਣ ਤੋਂ ਬਾਅਦ ਉਹ ਪੁਰਸ਼ ਕਹਿੰਦਾ ਕਿ ਮੈਂ ਵਾਪਸ ਚੱਲ ਪਿਆ। ਮੈਂ ਜਦੋਂ ਬੱਸ ਦੇ ਵਿੱਚ ਜਾ ਕੇ ਬੈਠਾ, ਅਜੇ ਬੱਸ ਚੱਲਣ ਦੇ ਵਿੱਚ ਥੋੜਾ ਸਮਾਂ ਸੀ, ਇੱਕ ਸਰਦਾਰ ਜੀ ਚੜੇ। ਉਹ ਲਾਟਰੀਆਂ ਵੇਚ ਰਹੇ ਸਨ। ਉਹਨਾਂ ਨੇ ਪਹਿਲਾਂ ਕੋਈ ਲਾਟਰੀ ਨਹੀਂ ਵੇਚੀ, ਸਿੱਧਾ ਮੇਰੇ ਕੋਲੇ ਆ ਕੇ ਖੜੇ ਹੋ ਗਏ। ਆ ਕੇ ਉਹਨਾਂ ਨੇ ਮੈਨੂੰ ਸਲਾਮ ਦੁਆ ਕੀਤੀ ਅਤੇ ਕਹਿਣ ਲੱਗੇ ਕਿ ਤੁਸੀਂ ਭਾਈ ਸਾਹਿਬ ਇਹ ਲਾਟਰੀ ਖਰੀਦ ਲਵੋ।
ਉਹ ਕਹਿੰਦਾ ਕਿ ਮੈਂ ਬਹੁਤ ਦੁਖੀ ਸੀ। ਮੈਂ ਉਸ ਨੂੰ ਕਿਹਾ ਕਿ ਭਾਈ ਮੈਨੂੰ ਪਰੇਸ਼ਾਨ ਨਾ ਕਰ, ਇੱਥੋਂ ਚਲਿਆ ਜਾ, ਮੈਂ ਕੋਈ ਲਾਟਰੀ ਨਹੀਂ ਪਾਉਣੀ। ਉਹ ਸਰਦਾਰ ਸਾਹਿਬ ਲਾਟਰੀਆਂ ਵੇਚਣ ਵਾਲੇ ਨਾ ਮੰਨੇ। ਦੂਸਰੀ ਵਾਰ ਫਿਰ ਆ ਕੇ ਕਹਿਣ ਲੱਗੇ ਕੋਈ ਬਹੁਤੀ ਮਹਿੰਗੀ ਨਹੀਂ ਹੈ, ਪਰ ਤੁਸੀਂ 2 ਕਰੋੜ ਰੁਪਈਆ ਜਿੱਤ ਸਕਦੇ ਜੇ, ਇਸ ਕਰਕੇ ਲਾਟਰੀ ਪਾ ਲਓ। ਉਹ ਕਹਿੰਦਾ ਮੈਂ ਇਸ ਵਾਰੀ ਉਹਨੂੰ ਗੁੱਸੇ ਦੇ ਵਿੱਚ ਬੋਲਿਆ, ਉਸਨੂੰ ਤਲਖ ਸ਼ਬਦਾਂ ਦੇ ਵਿੱਚ ਕਿਹਾ ਕਿ ਇੱਥੋਂ ਚਲਿਆ ਜਾ, ਮੈਂ 100 ਮੁਸੀਬਤਾਂ ਸਿਰ ਤੇ ਲੈ ਕੇ ਤੁਰਿਆ ਫਿਰਦਾ, ਮੇਰੇ ਮਨ ਦੇ ਵਿੱਚ ਹੋਰ ਬਹੁਤ ਕੰਮ ਚੱਲ ਰਹੇ ਨੇ, ਮੈਨੂੰ ਲਾਟਰੀਆਂ ਨਹੀਂ ਸੁਝਦੀਆਂ, ਤੂੰ ਇੱਥੋਂ ਚਲਿਆ ਜਾ। ਪਰ ਉਹ ਸਰਦਾਰ ਜੀ ਜਿਹੜੇ ਲਾਟਰੀਆਂ ਵੇਚ ਰਹੇ ਸਨ ਫਿਰ ਵੀ ਨਾ ਗਏ। ਤੀਜੀ ਵਾਰ ਉਹਨਾਂ ਨੇ ਇੱਕ ਲਾਟਰੀ ਦੀ ਟਿਕਟ ਪਾੜੀ ਅਤੇ ਉਸਦੀ ਜੇਬ ਵਿੱਚ ਪਾ ਕੇ ਉਹਨਾਂ ਦੇ ਕੰਨ ਦੇ ਵਿੱਚ ਕਹਿ ਕੇ ਬੱਸ ਤੋਂ ਹੇਠਾਂ ਉਤਰ ਗਏ। ਕੰਨ ਦੇ ਵਿੱਚ ਉਹਨਾਂ ਕਿਹਾ ਕਿ ਜੇ ਲਾਟਰੀ ਨਿਕਲ ਆਈ ਤਾਂ ਭਾਈ ਪੈਸੇ ਦੇ ਦੇਵੀਂ, ਨਹੀਂ ਤੇ ਕੋਈ ਗੱਲ ਨਹੀਂ। ਇੰਨਾ ਕਹਿ ਕੇ ਉਹ ਉਤਰ ਗਿਆ। ਬੱਸ ਚੱਲ ਪਈ। ਥੋੜੇ ਸਮੇਂ ਬਾਅਦ ਉਹ ਕਹਿੰਦਾ ਕਿ ਮੇਰੇ ਮਨ ਦੇ ਵਿੱਚ ਖਿਆਲ ਆਉਣ ਲੱਗਿਆ, ਨਾ ਤਾਂ ਮੈਂ ਕਦੀ ਲਾਟਰੀ ਪਾਈ ਹੈ, ਨਾ ਮੈਂ ਲਾਟਰੀਆਂ ਦੇ ਨਾਲ ਸੰਬੰਧਿਤ ਰਿਹਾ, ਪਰ ਫਿਰ ਵੀ ਉਹ ਬੰਦਾ ਧੱਕੇ ਨਾਲ ਮੈਨੂੰ ਲਾਟਰੀ ਪਤਾ ਨਹੀਂ ਕਿਉਂ ਫੜਾ ਗਿਆ। ਉਹ ਕਹਿੰਦਾ ਹੋਵੇ ਨਾ ਹੋਵੇ ਇਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਈ ਸੰਕੇਤ ਹੋ ਸਕਦਾ ਹੈ। ਉਹ ਕਹਿੰਦਾ ਮੈਂ ਬਹੁਤ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਸਿੰਘ ਮੈਨੂੰ ਕਿਤੇ ਜਾਣਦਾ ਤਾਂ ਨਹੀਂ, ਪਰ ਮੈਂ ਚੰਗੀ ਤਰ੍ਹਾਂ ਪੁੱਛ ਪੜਤਾਲ ਤੋਂ ਬਾਅਦ ਆਪਦੇ ਦਿਮਾਗ ਦੇ ਨਾਲ ਗੱਲਬਾਤ ਤੋਂ ਬਾਅਦ ਇਹੀ ਸਿੱਟਾ ਕੱਢਿਆ ਕਿ ਮੈਨੂੰ ਕਦੇ ਵੀ ਨਹੀਂ ਮਿਲਿਆ। ਉਹ ਕਹਿੰਦਾ ਘਰ ਆਉਂਦਿਆਂ ਤੱਕ ਮੇਰੇ ਮਨ ਦੇ ਵਿੱਚ ਹੁਣ ਇੱਕੋ ਵਿਚਾਰ ਚੱਲ ਰਿਹਾ ਸੀ ਕਿ ਉਹ ਮਨੁੱਖ ਇਸ ਤਰ੍ਹਾਂ ਕਿਉਂ ਕਰਕੇ ਗਿਆ, ਕਿ ਉਹ ਗੁਰੂ ਦਾ ਭੇਜਿਆ ਕੋਈ ਬੰਦਾ ਸੀ। ਮੇਰੇ ਮਨ ਦੇ ਵਿੱਚੋਂ ਦੂਜਾ ਮਾੜਾ ਖਿਆਲ ਤਾਂ ਨਿਕਲ ਹੀ ਗਿਆ ਜੋ ਮੈਂ ਦਵਾਈ ਲਈ ਸੀ ਕਿ ਮੈਂ ਘਰ ਜਾ ਕੇ ਖਾਣੀ ਹੈ, ਆਪਣੇ ਪ੍ਰਾਣ ਛੱਡਣੇ ਨੇ, ਮੈਂ ਇਸ ਦੁਨੀਆ ਤੋਂ ਅਲਵਿਦਾ ਕਹਿਣਾ, ਮੈਂ ਇਸ ਚਿੰਤਾਵਾਂ ਵਾਲੇ ਸੰਸਾਰ ਤੋਂ ਮੁਕਤੀ ਲੈਣੀ ਹੈ। ਉਸ ਜਿਹੜਾ ਮੇਰੇ ਦਿਮਾਗ ਦੇ ਵਿਚਲਾ ਵਿਚਾਰ ਸੀ ਉਹ ਤਾਂ ਕਿਸੇ ਪਾਸੇ ਚਲਾ ਹੀ ਗਿਆ। ਹੁਣ ਮੇਰੇ ਮਨ ਦੇ ਵਿੱਚ ਇੱਕੋ ਗੱਲ ਹੀ ਚੱਲ ਰਹੀ ਸੀ ਕਿ ਇਹ ਮਨੁੱਖ ਧੱਕੇ ਨਾਲ ਮੈਨੂੰ ਟਿਕਟ ਕਿਉਂ ਦੇ ਕੇ ਗਿਆ, ਕੀ ਇਹ ਕੋਈ ਸੰਕੇਤ ਹੈ, ਕੀ ਮੇਰੇ ਲਈ ਕੋਈ ਚੰਗਾ ਇਸ਼ਾਰਾ ਹੋ ਰਿਹਾ। ਉਹ ਕਹਿੰਦਾ ਮੈਂ ਸਾਰੀ ਰਾਤ ਇਸੇ ਕਸ਼ਮਕਸ਼ ਦੇ ਵਿੱਚ ਗੁਜ਼ਾਰੀ, ਮੇਰੇ ਦਿਮਾਗ ਦੇ ਕੋੜੇ ਉਸੇ ਪਾਸੇ ਦੌੜਦੇ ਰਹੇ। ਦਿਨ ਚੜ੍ਹਿਆ, ਸੁਬਾਹ ਹੋਈ ਤਾਂ ਮੈਂ ਪਹਿਲੀ ਬੱਸ ਲੈ ਕੇ ਦੁਬਾਰਾ ਉਸ ਬੱਸ ਸਟੈਂਡ ਤੇ ਆ ਗਿਆ। ਉਸ ਬੱਸ ਸਟੈਂਡ ਤੇ ਆ ਕੇ ਮੈਂ ਲਾਟਰੀਆਂ ਦੀਆਂ ਜਿੰਨੀਆਂ ਵੀ ਉੱਥੇ ਨੇੜੇ ਤੇੜੇ ਦੁਕਾਨਾਂ ਸਨ ਸਭ ਤੋਂ ਪੁੱਛਿਆ, ਪਰ ਉਹ ਮਨੁੱਖ ਦਾ ਕੋਈ ਅਤਾ ਪਤਾ ਨਾ ਲੱਗਿਆ। ਪਰ ਇੰਨਾ ਜ਼ਰੂਰ ਪਤਾ ਲੱਗ ਗਿਆ ਕਿ ਅਗਲੇ ਵੀਰਵਾਰ ਲਾਟਰੀ ਨਿਕਲਣੀ ਹੈ। ਵੀਰਵਾਰ ਹੋਣ ਦੇ ਵਿੱਚ ਅਜੇ 2 ਦਿਨ ਸਨ। ਮੰਗਲਵਾਰ ਉੱਥੇ ਪਹੁੰਚ ਗਿਆ ਸਾਂ। ਮੈਂ ਸੋਚਿਆ ਕਿ 2 ਦਿਨ ਮੈਂ ਇੱਥੇ ਰਹਿ ਲੈਣਾ। ਜਦ ਵੀਰਵਾਰ ਦੀ ਸਵੇਰ ਚੜ੍ਹੀ, ਜਾ ਕੇ ਮੈਂ ਲਾਟਰੀ ਵਾਲੀ ਦੁਕਾਨ ਤੇ ਨੰਬਰ ਮਿਲਾਏ ਤਾਂ ਨੰਬਰ ਮਿਲ ਗਏ। ਮੈਨੂੰ ਲਾਟਰੀ ਵਾਲੇ ਨੇ ਕਿਹਾ ਕਿ ਤੁਹਾਨੂੰ ਮੁਬਾਰਕਾਂ, ਹੁਣ ਤੁਸੀਂ 2 ਕਰੋੜ ਰੁਪਏ ਦੀ ਲਾਟਰੀ ਜਿੱਤ ਲਈ ਹੈ। ਉਹ ਕਹਿੰਦਾ ਕਿ ਮੈਂ ਸਾਰੇ ਇਸ ਵੇਲੇ ਮਾੜੇ ਖਿਆਲ ਪਾਸੇ ਰੱਖ ਦਿੱਤੇ। ਸਭ ਤੋਂ ਪਹਿਲਾਂ ਜਾ ਕੇ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਸਜਦਾ ਕੀਤਾ, ਨਮਸਕਾਰ ਕੀਤਾ। ਮੈਂ ਸਮਝ ਗਿਆ ਕਿ ਗੁਰੂ ਨੇ ਮੇਰੀ ਲਾਜ ਰੱਖ ਲਈ ਹੈ, ਗੁਰੂ ਨੇ ਮੇਰੇ ਸਾਰੇ ਪਰਦੇ ਕੱਜ ਲਏ ਨੇ। ਮੈਂ ਗੁਰੂ ਸਾਹਿਬ ਤੇ ਵਿਸ਼ਵਾਸ ਕੀਤਾ, ਗੁਰੂ ਸਾਹਿਬ ਨੇ ਮੇਰਾ ਵਿਸ਼ਵਾਸ ਟੁੱਟਣ ਨਹੀਂ ਦਿੱਤਾ। ਮਾੜੇ ਖਿਆਲਾਂ ਤੋਂ ਗੁਰੂ ਸਾਹਿਬ ਨੇ ਮੈਨੂੰ ਆਪ ਬਚਾ ਲਿਆ। ਮਰਨ ਦੇ ਜਿਹੜੇ ਮਾੜੇ ਭੈੜੇ ਖਿਆਲ ਮੈਂ ਲੈ ਕੇ ਤੁਰਿਆ ਫਿਰਦਾ ਸਾਂ, ਸਤਿਗੁਰੂ ਨੇ ਸਾਰੇ ਪਾਸੇ ਕਰ ਦਿੱਤੇ। ਮੇਰੀ ਜਿੰਨੀ ਵੀ ਮੁਸੀਬਤ ਸੀ ਉਸ ਦਾ ਨਿਵਾਰਨ ਕਰ ਦਿੱਤਾ। ਪਿੰਡ ਆਇਆ, ਪਹਿਲਾਂ ਆ ਕੇ ਮੈਂ ਕਰਜ਼ਾ ਉਤਾਰਿਆ, ਫਿਰ ਮੈਂ ਆਪਣੀ ਧੀ ਦਾ ਵਿਆਹ ਕਰ ਦਿੱਤਾ ਅਤੇ ਫਾਲਤੂ ਖਰਚੀ ਕੋਈ ਵੀ ਨਹੀਂ ਕੀਤੀ। ਬਾਕੀ ਪੈਸੇ, ਜਿੰਨੀ ਵੀ ਮਾਇਆ, ਜਿੰਨੀ ਵੀ ਧਨ ਦੌਲਤ ਹੈ, ਉਹ ਮੈਂ ਇਹੀ ਸੋਚਿਆ ਕਿ ਹੁਣ ਗੁਰੂ ਸਾਹਿਬ ਦੇ ਲੇਖੇ ਹੀ ਲਾਉਣੀ ਹੈ। ਇਸ ਕਰਕੇ ਮੈਂ ਉਦੋਂ ਤੋਂ ਹਰ ਸਾਲ ਗੁਰੂ ਸਾਹਿਬ ਦਾ ਵੱਡਾ ਪੁਰਬ ਕਰਾ ਰਿਹਾ। ਮੈਂ ਇਹ ਪੱਕਾ ਸੋਚ ਰੱਖਿਆ ਕਿ ਇਹ ਜ਼ਿੰਦਗੀ ਗੁਰੂ ਸਾਹਿਬ ਦੀ ਦਿੱਤੀ ਹੋਈ ਹੈ ਤੇ ਗੁਰੂ ਸਾਹਿਬ ਦੇ ਲੇਖੇ ਹੀ ਲਾਉਣੀ ਹੈ। ਇਸ ਗੱਲ ਤੋਂ ਇੱਕ ਤਾਂ ਚੀਜ਼ ਸਾਫ਼ ਹੋ ਜਾਂਦੀ ਹੈ ਕਿ ਜੋ ਮਨੁੱਖ ਗੁਰੂ ਸਾਹਿਬ ਤੇ ਵਿਸ਼ਵਾਸ ਕਰਦਾ, ਸਤਿਗੁਰ ਉਸ ਦਾ ਸੱਚਾ ਵਿਸ਼ਵਾਸ ਕਦੇ ਵੀ ਟੁੱਟਣ ਨਹੀਂ ਦਿੰਦੇ। ਛੇਤੀ ਕੀਤਿਆਂ ਗੁਰੂ ਸਾਹਿਬ ਤੇ ਵਿਸ਼ਵਾਸ ਕਰਨ ਵਾਲੇ ਨੂੰ ਇਸ ਤਰੀਕੇ ਨਾਲ ਮਾੜੀ ਮੌਤ ਨਹੀਂ ਮਰਨ ਦਿੰਦੇ। ਇਸ ਸਭ ਤੋਂ ਇੱਕ ਚੀਜ਼ ਤਾਂ ਸਮਝ ਆਉਂਦੀ ਹੈ ਕਿ ਗੁਰੂ ਸਾਹਿਬ ਜਦੋਂ ਦੇਣ ਤੇ ਆਉਂਦੇ ਨੇ ਕਦੇ ਵੀ ਕਮੀ ਨਹੀਂ ਛੱਡਦੇ। ਚਾਹੇ ਕਿਸੇ ਵੀ ਹਾਲਾਤ ਦੇ ਵਿੱਚ ਹੋਵੇ ਮਨੁੱਖ, ਕਿਹੋ ਜਿਹੀ ਵੀ ਪਰਿਸਥਿਤੀ ਦੇ ਵਿੱਚੋਂ ਜਾ ਰਿਹਾ ਹੋਵੇ, ਜਦੋਂ ਉਸਨੇ ਦੇਣਾ ਹੈ ਉਸਨੇ ਕੁਛ ਨਹੀਂ ਵੇਖਣਾ, ਉਸਨੇ ਖੁੱਲ੍ਹਾ ਦੇਣਾ। ਇਹ ਸਭ ਤੋਂ ਅਸੀਂ ਵੀ ਸਿੱਖ ਲਈਏ ਕਿ ਅਸੀਂ ਗੁਰੂ ਸਾਹਿਬ ਤੇ ਵਿਸ਼ਵਾਸ ਕਰਾਂਗੇ ਤੇ ਸਾਨੂੰ ਵੀ ਹਰੇਕ ਚੀਜ਼ ਮਿਲ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।